घर में शादी का माहौल उस समय गम में बदल गया जब लड़के वाले बारात लेकर लड़की के घर नहीं पहुंचे। ये मामला पठानकोट जिले के गांव नरोट मेहरा का है, जब लड़की का परिवार अपने रिश्तेदारों के साथ साथ बारात का इंतजार कर रहा था कि सूचना आई कि आज बारात नहीं आएगी, हम कल आपके घर आएंगे। परंतु वे दूसरे दिन लड़की के घर आए तो वहां पर आकर लड़की पक्ष से लड़ाई झगड़ा शुरू कर दिया और वहां से वापस चले गए। घर में शादी का माहौल उदासी में बदल गया। लड़की ने बताया कि उक्त लड़के के साथ पिछले 2.5 साल से संपर्क में थी। फिर दोनों ने अपने घर वालों से बात करके उन्हें शादी के लिए रजामंद कर लिया। इससे पहले भी लड़के पक्ष ने शादी से मना कर दिया था और उन्हें 3 लाख लेकर बात खत्म करने की बात कही थी। लड़के पक्ष में आरोप लगाया गया है कि आम आदमी पार्टी का नेता कुलदीप सिंह हमारे पास 3 लाख का प्रस्ताव लेकर आया था और हम पर ये बात यहीं पर खत्म करने का दबाव बनाया जा रहा था, परंतु हमने अपनी लड़की की खातिर रुपए लेने से मना कर दिया। फिर बात शादी की हो गई, परंतु वे शादी की बात से फिर पीछे हट गए। लड़की वालों ने कहा कि बारात ना आने के कारण उनकी पूरी बिरादरी में जग फंसाई हुई है। वहीं जब इस संबंध में आम आदमी पार्टी के नेता कुलदीप सिंह से बात की गई तो उन्होंने कहा कि कुछ दिन पहले ये मामला उनके पास आया था। उन्होंने अपनी ओर से पूरी कोशिश की थी कि इनका आपस में बैठकर मामला निपट जाए। रही बात 3 लाख रुपए की, तो ये बात लड़के वालों ने मुझसे कही थी कि हम 3 लाख देने को तैयार हैं, ये बात यहीं पर ख़त्म करवा दो। जब दोनों पक्षों में आपसी सहमति नहीं बनती दिखाई दी तो हमने इस मामले से पीछे हटना ही सही समझा। हम तो पूरी कोशिश करते हैं कि ये कोई भी मामला हो आपस में बैठकर ही हल किया जाए। 3 साल तो मेरा अफेयर चलता पिया है। गालड़ी का मुंडा ही अश्विनी कुमार, ਉਹਦੇ ਨਾਲ ਮਤਲਬ कि 2.5-3 साल हो गया मेरी गलबात होए दे ते उनदे नाल ਵਿਆਹ ਦੀ ਗੱਲ ਹੋਈ ਸੀ ਤੇ ਉਹਨਾਂ ਦੇ ਘਰਦਿਆਂ ਨੇ ਬੁਲਾਇਆ ਸੀ ਸਾਨੂੰ ਤੇ ਉਹਨਾਂ ਦੇ ਆਮ ਆਦਮੀ ਦੇ ਤੋਂ ਪ੍ਰਧਾਨ ਹੀ ਉਹਨਾਂ ਨੇ ਵਿੱਚ ਪੈ ਕੇ ਤੇ ਸਾਨੂੰ ਬੋਲਦੇ ਕਿ 3 ਲੱਖ ਰੁਪਇਆ ਲੈ ਲਓ ਤੇ ਗੱਲ ਇੱਥੇ ਮੁਕਾ ਦਿਓ ਤੇ ਆਪਾਂ ਨਹੀਂ ਇੱਦਾਂ ਕੀਤਾ ਤੇ ਹੁਣ ਉਹਨਾਂ ਨੇ ਫਿਰ ਸਗਨ ਠੱਕ ਕੇ ਚਲੋ ਇੱਦਾਂ ਮੰਨ ਮੁੰਨ ਗਏ ਉਹ ਵਿਆਹ ਲਓ ਉਹ ਸਾਡੇ ਘਰ ਆਏ ਸਗਨ ਠਾਕਿਆ ਲਓ ਤੇ ਆਪਾਂ ਪ੍ਰੋਗਰਾਮ ਕੀਤਾ ਘਰ ਸਾਰੇ ਰਿਸ਼ਤੇਦਾਰ ਸੱਦੇ। ਹੁਣ ਉਹ ਮਤਲਬ ਕਿ ਠਾਕਾ ਟੁਕਾ ਕੁਛ ਨਹੀਂ ਕੀਤਾ ਤੇ ਉਹ ਚੱਲ ਗਏ ਇੱਦਾਂ ਹੀ ਵਾਪਸ ਚੱਲ ਗਿਆ। ਉਹ ਮੁੰਡੇ ਦਾ ਨਾਂ ਅਸ਼ਵਨੀ ਹੈ ਤੇ ਮੈਂ ਆਪਣੀ ਦੀਦੀ ਕੋਲ ਛੁੱਟੀਆਂ ਕੱਟਣ ਗਈ ਸੀ ਤੇ ਉਹ ਨਾ ਜਦੋਂ ਆਪਾਂ ਘਰ ਆਉਣ ਲੱਗੇ ਤਾਂ ਉਹਨਾਂ ਦੀ ਬੂਆ ਬੋਲਦੀ ਕਿ ਤੁਸੀਂ ਨਾ ਸਾਡੇ ਮੁੰਡੇ ਨਾਲ ਘਰ ਚੱਲ ਜਾਓ, ਆਪਾਂ ਤੁਹਾਨੂੰ ਛੱਡ ਆਂਦਾ। ਤੇ ਜਦੋਂ ਆਪਾਂ ਉਹਨੂੰ ਛੱਡਣ ਆਏ ਤੇ ਉੱਥੇ ਮੈਨੂੰ ਮਿਲਿਆ ਸੀ ਪਹਿਲੀ ਵਾਰੀ ਉਹ ਤੇ ਉਹਨੇ ਮੇਰੇ ਨਾਲ ਤੇ ਜ਼ਬਰਦਸਤੀ ਕੀਤੀ ਥੋੜ੍ਹੀ ਤੇ ਉਦੋਂ ਤਾਂ ਫੇਰ ਚੱਲੇ ਦਾ ਤੇ ਇੱਦਾਂ ਮਤਲਬ ਕਿ ਗੱਲਬਾਤ ਹੋਈ। ਤੇ ਹੁਣ ਤੁਸੀਂ ਪ੍ਰਸ਼ਾਸਨ ਕੀ ਮੰਗ ਕਰਦੇ ਹੋ? ਹੁਣ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਮਦਦ ਕਰੋ। ਜਿਹੜੇ ਸਾਨੂੰ ਪਾਰਟੀ ਦੇ ਪ੍ਰਧਾਨ ਸਾਨੂੰ ਪੈਸੇ ਦੇ ਕੇ ਬੋਲਦੇ ਕਿੱਦਾਂ ਕਰੋ, ਅਸੀਂ ਕਾਹਦੇ ਵਾਸਤੇ ਪੈਸੇ ਲਈਏ? ਕੁੜੀਆਂ ਲੋਕਾਂ ਦੀਆਂ ਪੈਸੇ ਵਾਸਤੇ ਰੱਖੀ ਦੀਆਂ ਆ ਕਿ ਪੈਸੇ ਲੈਣ ਤੇ ਲੋਕਾਂ ਦੀ ਇੱਜ਼ਤ ਬਰਬਾਦ ਕਰਨ। ਕਿਉਂ ਲਈ ਅਸੀਂ ਪੈਸੇ? ਕੁਲਦੀਪ ਹੀ ਹਾਂਜੀ ਉਹਨਾਂ ਦਾ ਨਾਮ। ਉਹ ਸਾਨੂੰ ਮੈਨੂੰ ਅੰਦਰ ਵੜ ਕੇ ਇਕੱਲੀ ਨੂੰ ਪਹਿਲਾਂ ਬੋਲਦੇ ਕਿ 3 ਲੱਖ ਰੁਪਇਆ ਲੈ ਲੈ, ਤੇਰੀ ਪੜ੍ਹਾਈ ਦਾ ਖਰਚਾ ਚੁੱਕ ਲੈਂਦੇ ਆ ਤੇ ਤੂੰ ਸਾਰਾ ਕੁਝ ਇੱਥੇ ਠੱਪ ਕਰ ਦੇ। ਬਾਅਦ 'ਚ ਮੇਰੇ ਡੈਡੀ ਨੂੰ ਅੰਦਰ ਬੁਲਾਇਆ, ਉਹਨਾਂ ਨੂੰ ਵੀ ਕਹਿੰਦੇ ਕਿ ਤੁਸੀਂ ਪੈਸੇ ਲੈ ਲਓ ਤੇ ਗੱਲ ਮੁਕਾ ਲਓ ਆਪਣੀ। ਮੁੰਡੇ ਦੀ ਕੋਈ ਗੱਲਬਾਤ ਨਹੀਂ ਸਾਡੀ ਉਹਦੇ ਨਾਲ। ਉਹ ਆਏ ਸੀਗੇ ਬਸ ਕੋਈ ਗੱਲਬਾਤ ਨਹੀਂ ਉਹਨਾਂ ਨੇ ਕੀਤੀ, ਸਗੋਂ ਮਾਰ ਕੁੱਟਣ ਦਾ ਜ਼ੋਰ ਚੜ੍ਹਦਾ ਸੀ। ਉਹਨਾਂ ਨੇ ਸਗੋਂ ਲੜਾਈ ਝਗੜਾ ਕਰਦੇ ਪਏ ਸੀ ਤੇ ਬਸ ਚੱਲ ਗਏ। ਫਿਰ ਉਹ ਕੋਈ ਟਾਕਾ ਟੁਕਾ ਨਹੀਂ ਕੀਤਾ ਉਹਨਾਂ ਨੇ। ਤੇ ਕਿਆ ਤੁਸੀਂ ਮੁੰਡੇ ਨੂੰ ਕਿਤੇ ਬਾਹਰ ਵੀ ਮਿਲੇ ਅੱਗੇ ਇੱਦਾਂ ਵੀ ਮਿਲ ਜਾਏ ਕਿਤੇ ਬਾਅਦ ਚੋਂ? ਹਾਂਜੀ ਬੜੇ ਵਾਰੀ ਕਾਫੀ ਵਾਰੀ ਮੈਨੂੰ ਬੁਲਾਉਂਦਾ ਰਿਹਾ ਸੀ। ਕਈ ਵਾਰੀ 3 ਸਾਲ 'ਚ ਜਿੰਨੇ ਵਾਰੀ ਮੈਨੂੰ ਸੱਦਾ ਰਿਹਾ ਸੀ ਜਾਂਦੇ ਰਹੇ ਸੀ ਆਪਾਂ। ਮੇਰਾ ਨਾਮ ਮਧੂਵਾਲਾ, ਮੇਰਾ ਪਿੰਡ ਨਰੋਟ ਮਹਿਰਾ। ਮੇਰੀ ਬੇਟੀ ਦੇ ਨਾਲ ਬਹੁਤ ਧੱਕਾ ਹੋਇਆ। ਇਹਨਾਂ ਨੇ ਪਹਿਲਾਂ 1 ਮਹੀਨੇ ਤੋਂ ਪਹਿਲਾਂ ਇਹਨਾਂ ਨੇ ਮਤਲਬ ਕਿ ਕੁੜੀ ਦੇ ਨਾਲ ਇੱਦਾਂ ਦੀ ਗੱਲਬਾਤ ਸੀ ਮੁੰਡੇ ਦੇ ਤੇ ਕੁੜੀ ਦੀ। ਇਹਨਾਂ ਨੇ ਵਿਆਹ ਲੈ ਕੇ ਦਿੱਤਾ ਕਿ ਅਸੀਂ 18 ਤਰੀਕ ਤੋਂ 18 ਅਪ੍ਰੈਲ ਤੋਂ ਲੈ ਕੇ 18 ਮਈ ਦੇ ਵਿੱਚ ਅਸੀਂ 18 ਤਰੀਕ ਅਸੀਂ ਬਰਾਤ ਲੈ ਕੇ ਤੁਹਾਡੇ ਪਿੰਡ ਵਿੱਚ ਆਵਾਂਗੇ ਨਰੋਟ ਮਹਿਰੇ। ਲਿਖਤੀ ਰੂਪ 'ਚ ਇਹਨਾਂ ਦਿੱਤਾ ਸਾਨੂੰ, ਸਰਕਾਰੀ ਸਟਾਮ 'ਤੇ ਲਿਖਿਆ। ਪਰ ਅਸੀਂ ਕੱਲ੍ਹ ਇਹਨਾਂ ਦੀ ਦੇਖਿਆ ਤੇ ਕੱਲ੍ਹ ਇਹ ਨਹੀਂ ਸਾਡੇ ਘਰ ਤੱਕ ਪੁੱਜੇ। ਅਸੀਂ ਖਾਣੇ ਪੀਣੇ ਦਾ ਸਾਰਾ ਬੰਦੋਬਸਤ ਕੀਤੇ ਦਾ। ਪ੍ਰਾਹੁਣੇ ਸਾਡੇ ਘਰ ਆਏ ਦੇ ਰਿਸ਼ਤੇਦਾਰ, ਇਹ ਸਾਡੇ ਘਰ ਨਹੀਂ ਆਏ। ਅਸੀਂ ਥਾਣੇ 'ਚ ਗਏ ਹਾਂ, ਥਾਣੇ ਜਾ ਕੇ ਅਸੀਂ ਉੱਥੋਂ ਫੋਨ ਕਰਾਇਆ। ਇਹਨਾਂ ਨੇ ਕਿਹਾ ਅਸੀਂ ਅੱਜ ਨਹੀਂ ਆਉਣਾ, ਅਸੀਂ ਕੱਲ੍ਹ ਆਵਾਂਗੇ। ਅਸੀਂ ਜਿਹੜੇ ਉੱਥੇ ਮੋਹਤਬਾਰ ਆਏ ਦੇ ਸੀ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਅੱਜ ਇਹਨਾਂ ਨੂੰ ਕਿਹਾ ਕਿ ਚਲੋ ਕੋਈ ਨਹੀਂ ਆਪਾਂ ਕੱਲ੍ਹ ਚੱਲ ਉਡੀਕ ਲੈਂਦੇ ਹਾਂ। ਫਿਰ ਪ੍ਰਧਾਨਾਂ ਦੇ ਫੋਨ ਆਏ ਵੀ ਉਹਨਾਂ ਨੇ ਤੁਹਾਡੇ ਕੋਲੋਂ 11 ਵਜੇ ਸਵੇਰੇ ਪੁੱਜ ਜਾਣਾ। ਅਸੀਂ ਅੱਜ ਵੀ ਰਿਸ਼ਤੇਦਾਰ ਇਕੱਠੇ ਕਰਕੇ ਰਾਸ਼ਨ ਪਾਣੀ ਬਣਾਏ ਦਾ ਸਾਰਾ। ਹੁਣ ਇਹ ਸਾਡੇ ਘਰ ਆਏ ਆ।
ਆ ਕੇ ਇਹਨਾਂ ਨੇ ਸਿਰਫ ਠੰਡਾ ਪੀਤਾ ਆ। ਇਹੋ ਜਿਹੀ ਇਹਨਾਂ ਨੇ 2-4 ਗੱਲਾਂ ਕੀਤੀਆਂ ਕਿ ਇਹ ਕਹਿੰਦੇ ਆ ਕੇ ਤੇ ਨਾ ਠਾਕਾ ਟੂਕਾ ਕੋਈ ਨਹੀਂ ਲਾਇਆ ਤੇ ਇਹ ਚੱਲ ਗਿਆ ਤੇ ਮੇਰੇ ਹੱਥੀ ਪੈਣ ਦੀ ਵੀ ਕੋਸ਼ਿਸ਼ ਇਹਨਾਂ ਨੇ ਕੀਤੀ ਆ। ਤੇ ਹੁਣ ਇਹ ਗਿਆ ਕਾਫੀ ਫੋਟੋ ਲੈ ਗਿਆ ਖਿੱਚ ਕੇ ਨਾ, ਮੇਰੀ ਕੁੜੀ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰੇ ਕਰਦੇ ਆ ਤੇ ਮੈਂ ਗਰੀਬ ਆ, ਮੇਰੇ ਨਾਲ ਇਨਸਾਫ ਹੋਣਾ ਚਾਹੀਦਾ, ਮੇਰੀ ਬੇਟੀ ਦੇ ਨਾਲ ਵੀ ਇਨਸਾਫ ਹੋਣਾ ਚਾਹੀਦਾ। ਮੇਰੇ ਹੱਥ ਜੋੜ ਕੇ ਬੇਨਤੀ ਆ। ਆਏ ਕਿਹੜੀ ਜਗ੍ਹਾ ਤੁਸੀਂ? ਗੁਰਦਾਸਪੁਰ ਪਿੰਡ ਗਾਲੜੀ ਪਿੰਡ ਦੇ ਨੇ ਰਹਿਣ ਵਾਲੇ। ਮੁੰਡਾ ਫੌਜ 'ਚ ਨੌਕਰੀ ਕਰਦਾ ਆ ਤੇ ਮੁੰਡੇ ਨਾਲ ਇਹਨਾਂ ਗੱਲਬਾਤ ਕੀਤੀ। ਮੁੰਡਾ ਕਹਿੰਦਾ ਮੈਂ 6 ਮਹੀਨੇ ਦੇ ਵਿੱਚ ਵਿਆਹ ਕਰਾਂਗਾ, ਪਹਿਲਾਂ ਠਾਕਾ ਲਾਵਾਂਗਾ ਫਿਰ ਸ਼ਗਨ ਲਾਵਾਂਗਾ, ਉਸ ਤੋਂ ਬਾਅਦ ਫਿਰ ਮੈਂ ਵਿਆਹ ਕਰਾਂਗਾ, ਵੱਧ ਤੋਂ ਵੱਧ 6 ਮਹੀਨੇ ਪਾਵਾਂਗਾ, ਇਸ ਤੋਂ ਪਹਿਲਾਂ ਨਹੀਂ। ਇਹ ਕਿ ਕੁੜੀ ਮੁੰਡੇ ਦਾ ਕਦੋਂ ਤੱਕ ਮੇਲ ਹੋਇਆ ਪਹਿਲਾਂ ਦਾ? ਇਹ ਅੱਜ ਤੋਂ 2.5-3 ਸਾਲ ਦੀ ਗੱਲ ਹੋ ਚਲੀ ਹੈ, ਜਦੋਂ ਇਹ ਆਪੇ ਵਿੱਚ ਮਤਲਬ ਕਿ ਫੋਨ ਫਾਨ ਕਰਦੇ ਸੀ, ਪਰ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ। ਹੁਣ ਸਾਨੂੰ ਪਤਾ ਲੱਗਾ 22 ਮਾਰਚ ਨੂੰ ਛੁੱਟੀ ਆਇਆ ਮੁੰਡਾ ਤੇ ਅਸੀਂ ਘਰ ਨਹੀਂ, ਸਾਡੇ ਮਤਲਬ ਕਿ ਘਰ ਨਾ ਹੋਣ ਦੇ ਵਜੂਦ ਇਹ ਸਾਡੇ ਘਰ ਆਇਆ ਸ਼ਾਮੀ ਕੋਈ 6:30 ਵਜੇ। ਇਹਦਾ ਮੈਨੂੰ ਜਦੋਂ ਪਤਾ ਲੱਗਾ ਇਹ ਗੱਲ ਦਾ ਕਿ ਸਾਡੇ ਘਰ ਆਇਆ, ਮੈਨੂੰ 1-2 ਜਣਿਆਂ ਨੇ ਦੱਸਿਆ। ਮੈਂ ਕੁੜੀ ਨੂੰ ਪੁੱਛਿਆ, ਜਦੋਂ ਉਹਨੇ ਕਿਹਾ ਹਾਂ ਵੀ ਆਏ ਦਾ ਸੀ, ਮੈਂ ਫਿਰ ਇਹ ਗੱਲ ਦੇ ਉੱਤੇ ਮੈਂ ਆਵਾਜ਼ ਉਠਾਈ ਕਿ ਜਿਹੜਾ ਮੇਰੇ ਘਰ ਤੱਕ ਆ ਸਕਦਾ, ਮੇਰੀ ਕੁੜੀ ਦੇ ਨਾਲ ਇਹਨੇ ਗਲਤ ਮਤਲਬ ਕਿ ਵਿਹਾਰ ਕੀਤਾ ਆ, ਇਹਨੂੰ ਆਪਣੀ ਨੌਕਰੀ ਦਾ ਵੀ ਡਰ ਨਹੀਂ ਰਿਹਾ। ਤੇ ਮੈਂ ਇਹਦੇ ਘਰ ਦੇ ਨਾਲ ਵੀ ਮਿਲਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਨਾਲ ਬਹਿ ਕੇ ਗੱਲਬਾਤ ਸਾਡੇ ਜੀਆਂ ਨਾਲ ਕਰੋ ਵੀ ਇਹਦੇ ਨਾਲ ਕੀ ਹੋਣਾ ਚਾਹੀਦਾ। ਜਦੋਂ ਮੈਂ ਇਹਨਾਂ ਦੇ ਕਹਿਣ 'ਤੇ ਗੁਰਦਾਸਪੁਰ ਗਈ, ਇਹਨਾਂ ਨੇ ਮੇਰੇ ਨਾਲ ਉੱਥੋਂ ਵੀ ਹੱਥੋਂ ਵਾਹੀ ਕੀਤੀ ਆ। ਮੁੰਡੇ ਦਾ ਪਿਓ ਸੀ ਤੇ ਮੁੰਡੇ ਦਾ ਜੀਜਾ ਸੀ। ਗੁਰਦਾਸਪੁਰੋਂ ਜਦੋਂ ਮੈਂ ਘਰ ਆਈ, ਫਿਰ ਇਹਨਾਂ ਨੇ ਮਤਲਬ ਕਿ ਠਾਣੇ ਠੂਣੇ ਦੇ ਚੱਕਰਾਂ ਦੇ ਵਿੱਚ ਰਹੇ। ਫਿਰ ਇਹਨਾਂ ਨੇ ਵਿਆਹ ਬਾਰੇ ਕਿਹਾ ਕਿ ਅਸੀਂ 18 ਤਰੀਕ ਨੂੰ ਮੁੰਡਾ ਅਸੀਂ ਆਪਣਾ ਜਿਹੜਾ ਵਿਆਹ ਆ ਕਰਾਂਗੇ। ਤੇ ਹੁਣ ਇਹ ਅੱਜ ਠਾਕਾ ਲਾਉਣ ਆਏ ਆ ਤੇ ਇਹਨਾਂ ਨੇ ਕੋਈ ਠਾਕੇ ਠੂਕੇ ਦਾ ਨਹੀਂ, ਆ ਕੇ ਤੇ ਚੱਲ ਗਿਆ, ਫਾਰਮੈਲਿਟੀ ਪੂਰੀ ਕਰਨ ਆਏ ਆ ਸਿਰਫ ਇਹ। ਕੀ ਨਾਮ ਅਸ਼ੋਕ ਕੁਮਾਰ, ਸਾਨੂੰ ਮਹਿੰਦਰਪਾਲ। ਮੇਰੇ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ, ਬਹੁਤ ਧੱਕਾ ਹੋ ਰਿਹਾ। ਕੀ ਗੱਲ ਹੋਈ ਹੈ ਸਰ? ਗੱਲ ਮੇਰੇ ਨਾਲ ਇਹ ਹੋਈ ਆ ਕਿ ਪਹਿਲਾਂ ਮੇਰੇ ਨਾਲ ਨਾ ਮੁੰਡਾ ਜਿਹੜਾ ਸੀ 18 ਤਰੀਕ ਤੇ ਸਾਡੇ ਘਰ ਕਿਤੇ 18 ਤਰੀਕ ਤੇ ਘਰ ਸਾਡੇ ਆਇਆ ਮੁੰਡਾ, ਛੁੱਟੀ ਆਇਆ ਤਾਂ ਮੁੰਡਾ ਸਾਡੇ ਘਰ ਆਇਆ। ਫਿਰ ਮੈਨੂੰ ਪਤਾ ਲੱਗਾ ਕਿ ਇਹ ਚੱਕਰ ਹੋਇਆ ਵੀ ਸਾਡੇ ਘਰ ਆਇਆ ਮੁੰਡਾ। ਮੈਂ ਆਪਣੀ ਘਰਦੀ ਨੂੰ ਬੋਲਿਆ ਕਿ ਜਾ ਤੂੰ ਉਹਨਾਂ ਨਾਲ ਗੱਲਬਾਤ ਕਰ ਕਿ ਕਿੱਦਾਂ ਗੱਲ ਕਰਨੀ ਹੈ ਕਿ ਮੁੰਡੇ ਨਾਲ, ਹੁਣ ਇਹ ਮੁੰਡਾ ਸਾਡੇ ਘਰ ਤੱਕ ਪਹੁੰਚ ਗਿਆ, ਕਿੱਦਾਂ ਹਾਂਜੀ ਹੋ ਗਈ ਇਹ। ਤੇ ਵਿਆਹ ਦੀ ਰਜਮ ਹੋ ਤੇ ਅੱਜ ਕੀ ਹੋਇਆ? ਅੱਜ ਇਹ ਹੋਇਆ ਕਿ 18 ਤਰੀਕ ਦੀ ਪਹਿਲਾਂ ਇਹਨਾਂ ਬਰਾਤ ਰੱਖੀ ਸਾਡੇ ਨਾਲ, ਲਿਖਤੀ ਰੂਪ 'ਚ ਦਿੱਤਾ। ਉਸ ਤੋਂ ਬਾਅਦ ਇਹ 18 ਤਰੀਕ ਤੇ ਨਹੀਂ ਆਏ। ਅਸੀਂ ਫਿਰ ਥਾਣੇ ਗਏ ਆ, ਥਾਣੇ ਵਾਲਿਆਂ ਸਾਡੀ ਕੋਈ ਗੱਲ ਨਹੀਂ ਸੁਣੀ। ਥਾਣੇ ਵਾਲੇ ਕਹਿੰਦੇ ਕੋਈ ਨਹੀਂ, ਕੱਲ੍ਹ ਦਾ ਅਸੀਂ ਤੁਹਾਨੂੰ ਪਰਚਾ ਕੱਢ ਦਾਂਗੇ। ਉਹਨਾਂ ਸਾਡੇ ਨਾਲ ਇਹ ਗੱਲ ਕੀਤੀ। ਬਾਅਦ 'ਚ ਇਹਨਾਂ ਨੇ ਜੀ ਸ਼ਗਨ ਦਾ ਠਾਕੇ ਦਾ ਪ੍ਰੋਗਰਾਮ ਰੱਖ ਲਿਆ, ਸਾਡੇ ਘਰ ਠਾਕਾ ਲਾਉਣ ਆਏ ਨੇ। ਠਾਕਾ ਲਾਉਣ ਆਏ, ਅਸੀਂ ਸਭ ਕੁਛ ਰੋਟੀ ਪਾਣੀ ਸਭ ਕੁਛ ਤਿਆਰ ਕੀਤਾ ਵਾ ਉਹਨਾਂ ਵਾਸਤੇ। ਆਂਦੇ ਨਾਲ ਗੱਲਾਂ ਇਹਨਾਂ ਦੇ ਪ੍ਰਧਾਨ ਜਿਹੜੇ ਇਹਨਾਂ ਖੁੰਦ ਕਾਲੀਆਂ ਗੱਲਾਂ ਕੀਤੀਆਂ। ਕਿਹੜੇ ਪ੍ਰਧਾਨ ਆਏ ਜੀ ਨਾਲ? ਤੇ ਆਮ ਪਾਰਟੀ ਦੇ ਬੰਦੇ ਪ੍ਰਧਾਨ ਆਏ ਦੇ ਸੀ ਉਹਦੇ ਨਾਲ। ਉਸ ਤੋਂ ਪਹਿਲਾਂ ਵੀ ਮੈਨੂੰ ਇਹਨਾਂ ਨੇ ਸੱਦਿਆ, ਉੱਥੇ ਆਮ ਪਾਰਟੀ ਦੇ ਪ੍ਰਧਾਨਾਂ ਨੇ ਦਫ਼ਤਰੇ ਸੱਦਿਆ ਨਾ ਮੈਨੂੰ। ਉੱਥੇ ਵੀ ਇਹਨਾਂ ਪ੍ਰਧਾਨਾਂ ਨੇ ਮੈਨੂੰ ਕਿਹਾ ਕਿ 3 ਲੱਖ ਰੁਪਈਆ ਲੈ ਲਾ ਤੇ ਕੁੜੀ ਦਾ ਆਪਣਾ ਤੇ ਤੇਰਾ ਅਸੀਂ ਕੁੜੀ ਦਾ ਰਿਸ਼ਤਾ ਹੋਰ ਕਿਤੇ ਕਰ ਦਿੰਦੇ ਤਾਂ ਉੱਥੇ ਕਰ ਲਾ ਆਪਣੀ ਕੁੜੀ ਦਾ। ਇਹ ਕੁਲਦੀਪ ਪ੍ਰਧਾਨ ਨੇ ਗੱਲ ਕੀਤੀ ਸੀ, ਆਮ ਪਾਰਟੀ ਦੇ ਪ੍ਰਧਾਨ ਦਫ਼ਤਰੇ ਬੰਦਾ। ਇਹ ਜਸਵਾਲੀ ਦਫ਼ਤਰੇ ਮਿਲੇ। ਉੱਥੇ ਮੈਨੂੰ ਕਹਿੰਦੇ 3 ਲੱਖ ਰੁਪਈਆ ਲੈ ਲਾ, ਤੇਰੀ ਕੁੜੀ ਦਾ ਰਿਸ਼ਤਾ ਕਿਤੇ ਹੋਰ ਜਗ੍ਹਾ ਕਰ ਦਿੰਦੇ ਆ ਤੇ ਤੂੰ ਉਹੀ ਪੈਸਿਆਂ ਨਾਲ ਕਿਤੇ ਚੰਗਾ ਜਿਹਾ ਵਿਆਹ ਕਰ ਲਈ ਤੇ ਗੱਲ ਗੋਲ ਮੋਲ ਕਰ ਲਿਆ। ਕਿਹੜਾ ਪਿਓ ਆ ਜਿਹੜਾ ਆਪਣੀ ਧੀ ਦੀ ਕਮਾਈ ਖਾਏਗਾ? ਇਹ ਪ੍ਰਸ਼ਾਸਨ ਨੂੰ ਕੀ ਮੰਗ ਕਰਦਾ? ਮੈਂ ਮੰਗ ਇਹੋ ਕਰਨਾ ਕਿ ਮੇਰੀ ਧੀ ਨਾਲ ਇਨਸਾਫ ਹੋਣਾ ਚਾਹੀਦਾ। ਮੈਂ ਹੋਰ ਕੁਛ ਨਹੀਂ ਮੰਗ ਕਰਦਾ, ਮੇਰੀ ਧੀ ਨਾਲ ਸਿਰਫ ਇਨਸਾਫ ਹੋਣਾ ਚਾਹੀਦਾ। ਜੋ ਵੀ ਕਾਰਵਾਈ ਬਣਦੀ ਇਹਨਾਂ 'ਤੇ ਹੋਣੀ ਚਾਹੀਦੀ ਹੈ ਕਾਰਵਾਈ। ਪਾਟਿਆ ਬਲਾਕ ਪ੍ਰਧਾਨ ਕੁਲਦੀਪ ਸਿੰਘ ਪਿੰਡ ਬਰਮਾਨ ਤੋਂ ਬੋਲਦਾ। ਅੱਜ ਮੇਰੇ ਨਾਲੇ 'ਚ ਆਇਆ ਵਾ ਕਿ ਨਰੋਟ ਮਹਿਰਾ ਦੀ ਕੁੜੀ ਇੱਕ, ਜਿਹਨੇ ਮੇਰੇ ਬਾਰੇ ਬਿਆਨ ਦਿੱਤੇ ਹੈ ਵੀ ਮੈਂ ਕੋਈ ਕਿਹਾ ਉਹਨਾਂ ਨੂੰ ਕੁਛ ਵੀ ਇੱਦਾਂ ਦਾ ਕਰਕੇ ਤੁਸੀਂ ਕੰਮ ਕਰ ਲਓ, ਕਿੰਤੂ ਉਹ ਜਿਹੜੀ ਨਰੋਟ ਮਹਿਰੇ ਵਾਲੀ ਕੁੜੀ ਆ ਜਾਂ ਉਹ ਦਰੰਗਲ ਵਾਲਾ ਮੁੰਡਾ, ਇਹ ਕੇਸ ਹਾਂ ਮੇਰੇ ਨਾਲੇ 'ਚ ਆਇਆ ਸੀ। ਅਸੀਂ ਸਾਰੀ ਪਾਰਟੀ ਵਾਲੇ ਬਹਿ ਕੇ ਕੋਸ਼ਿਸ਼ ਕੀਤੀ ਸੀ ਇਹਨਾਂ ਦਾ ਮਸਲਾ ਹੱਲ ਹੋ ਜੇ, ਪਰ ਜਦੋਂ ਆਪਾਂ ਦੇਖਿਆ ਵੀ ਇਹਨਾਂ ਦਾ ਮਸਲਾ ਹੱਲ ਨਹੀਂ ਹਾਂ, ਕਿੰਤੂ ਉਹ ਮੁੰਡੇ ਵਾਲੇ ਮੈਨੂੰ ਕਹਿੰਦੇ ਸੀ ਵੀ ਤੁਸੀਂ 3 ਲੱਖ ਰੁਪਈਆ ਦਵਾ ਦਿਓ ਉਹਨਾਂ ਨੂੰ ਤੇ ਆਪਾਂ ਫੈਸਲਾ ਕਰ ਲਾਂਗੇ। ਮੈਂ ਇਹ ਜ਼ਰੂਰ ਮੈਂ ਕਿਹਾ ਸੀ ਵੀ ਇਹ 3 ਲੱਖ ਦਿੰਦੇ ਆ, ਪਰ ਮੈਂ ਇਹ ਨਹੀਂ ਹੈਗਾ ਕੁੜੀ, ਕਿਉਂਕਿ ਮੇਰੀ ਵੀ ਆਪਣੀ ਧੀਆਂ ਵਾ, ਮੈਂ ਧੀਆਂ ਭੈਣ ਇਹਦੀ ਜਿਹੜੀ ਬਾਕੀ ਕੁੜੀ ਦੀ ਜਿਹੜੀ ਮਾਂ ਆ ਉਹ ਸਾਡੀ ਪਾਰਟੀ ਲੀਡਰ ਹੈ, ਉਹ ਸਾਡੇ ਨਾਲ ਚੱਲੀ ਹੈ। ਤੇ ਮੈਂ ਗੱਲ ਕੀਤੀ ਜਾਵੇ ਅਗਰ ਕੁੜੀ ਦੇ ਬਿਆਨ ਪਤਾ ਕੀ ਆਇਆ, ਕੁੜੀ ਦਾ ਮੱਕੀ ਆ ਵਰਸ਼ਨ ਹੈ, ਤੁਹਾਡੇ ਦੇ ਐਲੀਗੇਸ਼ਨ ਲਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਕੁਲਦੀਪ ਜੀ ਆ, ਉਹਨਾਂ ਨੇ ਕਿਹਾ ਕਿ 3 ਲੱਖ ਲੈ ਕੇ ਆਪਣਾ ਇੱਥੇ ਨਵੀਂ ਜ਼ਿੰਦਗੀ ਸ਼ੁਰੂ ਕਰ ਲੈ। ਮੈਂ ਇਹ ਗੱਲ ਬਿਲਕੁਲ ਨਹੀਂ ਕਹੀ, ਮੈਂ ਇਹ ਗੱਲ ਕਹਿ ਨਹੀਂ ਸਕਦਾ ਕਿਉਂਕਿ ਮੇਰੀ ਧੀ ਸੀ। ਉਹਦੀ ਜਿਹੜੀ ਮੰਮੀ ਆ ਉਹਨੂੰ ਮੈਂ ਆਪਣੀ ਭੈਣ ਕਿਹਾ, ਤੇ ਜੇ ਆਪਣੀ ਭੈਣ ਨੂੰ ਆਪਾਂ ਕਹਿ ਕੇ ਇਹੋ ਜਿਹਾ ਮੈਂ ਕੰਮ ਕਦੇ ਨਹੀਂ ਕਰ ਸਕਦਾ, ਮੈਂ ਕਦੇ ਇਹ ਨਹੀਂ। ਹਾਂ ਇਹ ਹੈ ਕਿ ਆਪਾਂ ਕੋਸ਼ਿਸ਼ ਕਰੀ ਦਾ, ਨਿਪਟਾਰਾ ਕਰੀਦਾ, ਕਿਸੇ ਢੰਗ ਨਾਲ ਨਿਪਟਾਰਾ ਹੋ ਜੇ। ਕਿਉਂਕਿ ਮੈਂ ਉਹਨਾਂ ਨੂੰ ਕਿਹਾ, ਜਿਹੜੇ ਮੁੰਡੇ ਵਾਲੇ ਸੀ ਇਹਨਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਕਚਹਿਰੀਆਂ ਰੁਲ ਜਾਓਗੇ,
ਵੀ ਕਿਉਂਕਿ ਜੋ ਕਿ ਹਾਲਾਤ ਹੁੰਦੇ ਆ ਮੈਂ ਦੇਖਦਾ ਹੀ ਆ, ਮੈਂ ਕਹਿਣੀਆਂ ਜਾਂਦਾ ਹੀ ਆ, ਤੇ ਮੈਂ ਇਸ ਕਰਕੇ ਕਿਹਾ ਵੀ ਤੁਸੀਂ ਦੋਨੋਂ ਸਮਝੌਤਾ ਕਰ ਲਓ ਜਿਸ ਢੰਗ ਨਾਲ ਵੀ ਹੋ ਸਕਦਾ। ਮੁੰਡਿਆਂ ਇਹਨਾਂ ਨੂੰ ਦੇ ਰਿਸ਼ਤੇਦਾਰ ਵੀ ਆਏ ਸੀ ਜਿਹੜੇ ਇੱਥੇ ਮੁੰਡੇ ਵਾਲੇ ਗੱਲ ਸੀ, ਉਹਨਾਂ ਨੂੰ ਮੈਂ ਟਾਈਟ ਕੀਤਾ ਸੀ, ਇਹਨਾਂ ਨੂੰ ਵੀ ਮੈਂ ਕਿਹਾ ਵੀ ਨਹੀਂ ਕੋਸ਼ਿਸ਼ ਕਰ ਲਓ ਵੀ ਆਪਾਂ ਜਿਹੜੇ ਮੈਂ ਦੇਖਿਆ ਸਾਡੇ ਵੱਸੋਂ ਬਾਹਰ ਹੈ, ਤੇ ਮੈਂ ਇਹਨਾਂ ਨੂੰ ਕਿਹਾ ਵੀ ਜਾਓ ਤੁਸੀਂ ਥਾਣੇ ਚੱਲ ਜਾਓ, ਤੁਸੀਂ ਆਪਣਾ ਪਰਚਾ ਦਰਜ ਕਰਾ ਲਓ। ਜਦੋਂ ਦੀ ਗੱਲਬਾਤ ਅੱਜ ਕੋਈ ਮਹੀਨਾ ਪਹਿਲੇ ਦੀ ਜਿਹੜੀ ਆਪਾਂ ਇਹਨਾਂ ਨੂੰ ਫੈਸਲਾ ਕਰਾਉਣ ਦੀ ਕੋਸ਼ਿਸ਼, ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਜਾ ਕੇ ਆਪਣਾ ਪਰਚਾ ਦਰਜ ਕਰਾ ਲਓ, ਮੈਨੂੰ ਹੁਣ ਕੋਈ ਇਹਦੇ ਬਾਰੇ ਨਾਲੇ ਨਹੀਂ ਵੀ ਕੀ ਕਰ ਰਿਹਾ, ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਮੈਂ ਉਸ ਤੋਂ ਬਾਅਦ ਆਪਣੇ ਹੱਥ ਖੜੇ ਕਰਤੇ ਵੀ ਸਾਡੇ ਬਸ ਤੁਹਾਡਾ ਮਸਲਾ ਜਿਹੜਾ ਸਾਡੇ ਬਸ 'ਚ ਨਹੀਂ ਹੈਗਾ, ਵੀ ਅਸੀਂ ਤੁਹਾਡਾ ਕੋਈ ਵੀ ਮਸਲਾ ਹੱਲ ਨਹੀਂ ਕਰ ਸਕਦੇ, ਕਿਉਂਕਿ ਜਿੰਨਾ ਕੁ ਅਸੀਂ ਕਰਨਾ ਕਰ ਸਕਦੇ ਆਪਣੀ ਜਿੱਦਾਂ ਇਨਸਾਨੀਅਤ ਨਾਤੇ, ਕਿਉਂਕਿ ਮੈਨੂੰ ਪਾਰਟੀ ਵੱਲੋਂ ਆਇਆ ਕਿ ਕੋਸ਼ਿਸ਼ ਕਰਨੀ ਹੈ ਕਿ ਪਰਚਾ ਦਰਜ ਨਾ ਹੋਏ, ਵੀ ਪਰਚਾ ਬਚਾਓ, ਕਿਉਂਕਿ ਗਰੀਬ ਲੋਕੀ ਹੁੰਦੇ ਸਾਰੇ, ਗਰੀਬਾਂ ਨੂੰ ਨੁਕਸਾਨ ਜ਼ਿਆਦਾ ਹੋ ਜਾਂਦਾ। ਤੇ ਉਸ ਕਰਕੇ ਮੇਰਾ ਕੁਐਸਚਨ ਹੁੰਦੀ, ਪਰ ਜੋ ਮੇਰੇ ਬਸ ਤੋਂ ਬਾਹਰ ਹੋ ਗਿਆ ਜਾਂ ਸਾਡੀ ਪਾਰਟੀ ਜਿੰਨੀ ਅਸੀਂ ਮੈਂਬਰਸ਼ਿਪ ਲੀਡਰਸ਼ਿਪ ਬੈਠੀ ਸੀ, ਅਸੀਂ 8-10 ਬੰਦੇ ਬੈਠੇ ਸੀ, ਸਾਡੇ ਬਸ ਤੋਂ ਬਾਹਰ ਹੋ ਗਿਆ। ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਫੈਸਲਾ ਲਿਆ ਵੀ ਤੁਸੀਂ ਆਪਣਾ ਥਾਣੇ ਜਾ ਕੇ ਪਰਚਾ ਦਰਜ ਕਰਾ ਸਕਦੇ ਹੋ, ਸਾਡਾ ਇਹ ਫੈਸਲਾ ਸਾਡੇ ਬਸ ਤੋਂ ਬਾਹਰ ਹੈ, ਤੁਹਾਡਾ ਫੈਸਲਾ।